ਜੋ ਤੁਸੀਂ ਨਿਕਲੇ ਹੋ ਸਮਾਨ ਇੱਕ ਵਾਰ ਮੈਂ ਜ਼ਰੂਰ ਤਸਵੀਰਾਂ ਦੇ ਵਿੱਚ ਕਹੂੰਗਾ ਕਿ ਜੋ ਬਾਬਾ ਜੀ ਯਾਤਰਾ ਤੇ ਨਿਕਲੇ ਨੇ ਸਾਈਕਲ ਯਾਤਰਾ ਤੇ ਸਮਾਨ ਉਹਨਾਂ ਨੇ ਜਿਹੜਾ ਆਪਣੇ ਇੱਥੇ ਬੋਰੀਆਂ ਤੇ ਇੱਕ ਥੈਲਿਆਂ ਦੇ ਵਿੱਚ ਬੰਨਿਆ ਹੋਇਆ ਕੱਪੜੇ ਨੇ ਉੱਪਰ ਸਾਈਕਲ ਤੇ ਨਿਕਲੇ ਨੇ। ਬਾਬਾ ਜੀ ਆਏ ਦਿਨ ਤੁਸੀਂ ਕਿੰਨਾ ਕੁ ਸਫ਼ਰ ਕਰਦੇ ਹੋ ਸਾਈਕਲ ਤੇ, ਕਿੰਨੇ ਕੁ ਕਿਲੋਮੀਟਰ ਜਿਹੜਾ ਤੈਅ ਕਰਦੇ ਹੋ? ਜਿਹੜਾ ਸਫ਼ਰ ਸੀ ਯੂਪੀ ਬਿਹਾਰ ਦੇ ਵਿੱਚ ਸੀਗਾ ਉਹ ਤੋਂ 100 ਤੋਂ ਪਲੱਸ ਚੱਲਣਾ ਪੈਂਦਾ ਸੀ। ਗੁਰੂ ਘਰ ਜਿਹੜਾ 100 ਤੋਂ ਪਲੱਸ ਆਉਂਦਾ ਸੀਗਾ। ਪਹਿਲਾਂ ਪਲੈਨਿੰਗ ਕੀਤੀ ਹੋਈ ਸੀ ਬਾਬਾ ਜੀ ਕਿ ਕਿਹੜੀ ਤਰੀਕ ਨੂੰ ਕਿੱਥੇ ਰਹਿਣਾ, ਜਾਂ ਫਿਰ ਮੌਸਮ ਦੇ ਹਿਸਾਬ ਦੇ ਨਾਲ ਬਦਲਣਾ ਵੀ ਪੈਂਦਾ ਕਿ ਅੱਜ ਇੱਥੇ ਹਨੇਰਾ ਹੋ ਚੁੱਕਿਆ, ਹਨੇਰਾ ਹੋ ਗਿਆ ਤਾਂ ਅੱਜ ਮੈਂ ਇੱਥੇ ਰਾਤ ਕੱਟ ਲੈਂਦਾ? ਇਹ ਜੀ ਜਿਹੜੀ ਜਿਹੜੀ ਤਿਆਰੀ ਹੈ ਮੇਰੇ ਰੂਟ ਦੀ, ਤਾਂ ਮੇਰੀ 1.25 ਸਾਲ ਦੀ ਸਟੱਡੀ ਹੈ ਇਸ ਦੇ ਉੱਪਰ। ਜਿਹੜੀ ਮਤਲਬ ਰੂਟ ਦੀ ਤਿਆਰੀ ਉਹ ਮੇਰੀ 1.25 ਸਾਲ ਦੀ ਸਟੱਡੀ ਹੈ ਇਸ ਦੇ ਉੱਪਰ। ਜਿਹੜੀ ਤੁਰਨ ਦਾ ਹੈਗਾ ਤੜਕੇ ਤੁਰਨਾ, ਜਿਹੜਾ ਸੌਣਾ ਉਹ ਅਕਾਲ ਪੁਰਖ ਦੀ ਮਰਜ਼ੀ ਹੁੰਦੀ, ਜਿੱਥੇ ਮਰਜ਼ੀ ਸੌਣਾ। ਮੈਂ ਤੜਕੇ ਨਹੀਂ ਸੋਚਦਾ ਨਹੀਂ ਮੈਂ ਕਿੱਥੇ ਸੌਣਾ, ਉਹ ਜਿੱਥੋਂ ਮੇਰੇ ਤੁਰਿਆ ਮੇਰੇ ਪਿਓ ਦੀ ਨਿਗਾਹ ਜਿੱਥੇ ਰੋਕਣਾ ਮੈਨੂੰ ਉੱਥੇ ਰੋਕਦਾ। ਮੈਂ ਸੌਣ ਦਾ ਨਹੀਂ ਸੋਚਦਾ ਕਿਤੇ ਵੀ। ਜਿਹੜਾ ਸਿੱਖ ਹੈ ਉਹ ਜਿੱਥੇ ਮਰਜ਼ੀ ਬੈਠਾ ਉਹ ਆਪਣੇ ਦੇ ਲਈ ਉਹਦਾ ਖੂਨ ਮੱਚਦਾ ਹੀ ਮੱਚਦਾ। ਰਾਜੀਵ ਗਾਂਧੀ ਦੇ ਕਾਤਲ ਨੂੰ ਛੱਡ ਚੁੱਕੇ, ਉਹਨਾਂ ਨੇ ਪ੍ਰੈਸ਼ਰ ਪਾਇਆ ਸੀਗਾ, ਪਰ ਆਪਣੇ ਜਿਹੜੇ ਮਤਲਬ ਪੂਰਾ ਪ੍ਰੈਸ਼ਰ ਨਹੀਂ ਪਾਉਂਦੇ। ਇਕਜੁੱਟ ਹੁਣ ਹੋਈ ਹੈ ਤੇਰੀ ਜਿਹੜੀ ਸੰਗਤ ਹੋਈ ਹੈ, ਮਹਾਰਾਜ ਕਿਰਪਾ ਕਰਨਗੇ ਤੇ ਉਹ ਦਿਨ ਆਊਗਾ ਜਿਸ ਦਿਨ ਸਾਰੇ ਸਿੰਘ ਬਾਹਰ ਆਉਣਗੇ ਜੀ। ਨਿਊਜ਼ ਔਨ ਲਈ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਕਹਿੰਦੇ ਨੇ ਕਿ ਮੈਂ ਸਮੁੰਦਰਾਂ ਤੋਂ ਸਿੱਖਿਆ ਜਿਉਣ ਦਾ ਸਲੀਕਾ, ਚੁੱਪਚਾਪ ਬਹਿਣਾ ਤੇ ਆਪਣੀ ਮੌਜ ਦੇ ਵਿੱਚ ਰਹਿਣਾ। ਇਸ ਵੇਲੇ ਅਸੀਂ ਕੌਮੀ ਇਨਸਾਫ ਮੋਰਚਾ ਦੇ ਵਿੱਚ ਮੌਜੂਦ ਹਾਂ, ਜਿੱਥੇ ਦੂਰ ਦਰਾਡੇ ਤੋਂ ਸੰਗਤ ਇੱਥੇ ਆਪਣੀ ਹਾਜ਼ਰੀ ਲਵਾਉਣ ਦੇ ਲਈ ਪਹੁੰਚ ਰਹੀ ਹੈ। ਤਾਂ ਉੱਥੇ ਹੀ ਇੱਕ ਬਾਬਾ ਜੀ ਮੈਨੂੰ ਮਿਲੇ ਜੋ ਕਿ ਇਸ ਮੋਰਚੇ ਦੇ ਵਿੱਚ ਪਹੁੰਚੇ ਨੇ, ਮੇਰੇ ਨਾਲ ਵੀ ਇੱਥੇ ਮੌਜੂਦ ਨੇ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਆਪਣੀ ਸਾਈਕਲ ਤੇ ਸ਼੍ਰੀ ਪਟਨਾ ਸਾਹਿਬ ਤੋਂ ਚੱਲੇ ਹੋਏ ਨੇ। 2 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਚੱਲਿਆਂ ਨੂੰ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਘਰਾਂ ਦੇ ਉਹ ਦਰਸ਼ਨ ਕਰ ਰਹੇ ਨੇ। ਜੋ ਸਾਈਕਲ ਦੇ ਉੱਪਰ ਉਹਨਾਂ ਦੇ ਵੱਲੋਂ ਇੱਕ ਪੋਸਟਰ ਵੀ ਲਗਾਇਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਆਪਣਾ ਨੰਬਰ ਤੇ ਨਾਮ ਵੀ ਲਿਖਿਆ ਹੋਇਆ ਅਤੇ ਲਿਖਿਆ ਹੋਇਆ ਕਿ ਸਫ਼ਰ ਵਿਦ ਜਗਤਾਰ। ਤਾਂ ਸਾਈਕਲ ਯਾਤਰਾ ਤੇ ਨਿਕਲੇ ਹੋਏ ਨੇ ਅਤੇ ਅੱਜ ਆਪਣੀ ਹਾਜ਼ਰੀ ਲਵਾਉਣ ਦੇ ਲਈ ਇਸ ਕੌਮੀ ਇਨਸਾਫ ਮੋਰਚਾ ਦੇ ਵਿੱਚ ਉਹ ਪਹੁੰਚੇ ਨੇ, ਮੌਜੂਦ ਨੇ। ਗੱਲਬਾਤ ਵੀ ਕਰਾਂਗੇ। ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਨਿਊਜ਼ ਔਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਬਾਬਾ ਜੀ ਇੱਥੇ ਆਉਣ ਦਾ ਇੱਕ ਕਹਿੰਦੇ ਹੁੰਦੇ ਨੇ ਕਿ ਜਦੋਂ ਹਾਜ਼ਰੀ ਕਿਤੇ ਮੋਰਚੇ ਦੇ ਵਿੱਚ ਲਵਾਉਣੀ ਹੋਵੇ ਤਾਂ ਉਹ ਉੱਪਰ ਵਾਲਾ ਆਪ ਹੀ ਜਿਹੜਾ ਸਮਾਂ ਰੱਖ ਦਿੰਦਾ। ਤੁਸੀਂ ਵੀ ਨਹੀਂ ਸੋਚਿਆ ਹੋਣਾ ਕਿ ਮੈਂ ਆਪਣੇ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਲਈ ਨਿਕਲਿਆ, ਪਰ ਇੱਥੇ ਪਹੁੰਚਣਾ ਮੈਨੂੰ ਪਊਗਾ। ਜਿਵੇਂ ਮੈਂ ਚੰਡੀਗੜ੍ਹ ਨੂੰ ਜਾਊਂਗਾ ਉਸੇ ਤਰ੍ਹਾਂ ਇੱਥੇ ਮੋਰਚੇ ਦੀ ਸ਼ੁਰੂਆਤ ਹੋ ਜਾਊਗੀ। ਕਿਵੇਂ ਦਾ ਲੱਗਿਆ ਇੱਥੇ ਆ ਕੇ, ਕਿਉਂਕਿ ਬਹੁਤ ਦੂਰੋਂ ਤੁਸੀਂ ਚੱਲੇ ਹੋਏ ਹੋ? ਮੇਰਾ ਜਿਹੜਾ ਚੱਲਣ ਦਾ ਮਤਲਬ ਪਰਪਸ ਸੀਗਾ, ਮੈਂ ਗੁਰੂ ਗੋਬਿੰਦ ਸਿੰਘ ਜੀਵਨ ਮਾਰਗ ਦੇ ਉੱਪਰ ਚੱਲੇ ਹੋਏ ਜੀ। ਪਟਨਾ ਸਾਹਿਬ ਤੋਂ ਜਿਹੜਾ ਮੇਰਾ ਸਫ਼ਰ ਹੈ 6 ਮਹੀਨਿਆਂ ਦਾ ਹੋਣਾ, 13,000 ਕਿਲੋਮੀਟਰ ਦਾ ਸਫ਼ਰ ਹੈ ਜੀ। ਤੇ ਪਹਿਲਾਂ ਮੈਂ ਪਟਨਾ ਸਾਹਿਬ ਤੋਂ ਚੱਲ ਕੇ ਜਿਹੜਾ ਅਨੰਦਪੁਰ ਸਾਹਿਬ ਗਿਆ ਸੀਗਾ ਜੀ। ਅਨੰਦਪੁਰ ਸਾਹਿਬ ਤੋਂ ਜਿਹੜਾ ਗੁਰੂ ਸਾਹਿਬ ਤੋਂ ਫਿਰ ਜਿਹੜਾ ਜੰਗਾਂ ਯੋਧਾਂ ਦਾ ਏਰੀਆ ਭੰਗਾਣੀ ਦਾ ਰੂਟ ਸੀਗਾ ਮੈਂ ਕੰਪਲੀਟ ਕਰਕੇ ਆ ਰਿਹਾ ਜੀ ਇੱਥੋਂ ਦੀ। ਤੇ ਪਹਿਲਾਂ ਜਦੋਂ ਇੱਥੋਂ ਦੀ ਮੈਂ ਲੰਘ ਕੇ ਗਿਆ ਸੀ ਉਦੋਂ ਇੱਥੇ ਕੁਝ ਨਹੀਂ ਸੀਗਾ, ਤੇ ਹੁਣ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ, ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਮੈਂ ਵੀ ਇੱਥੇ ਆਪਦੀ ਜਿੰਨੀ ਹੋ ਸਕੇ ਮੈਂ ਸੇਵਾ ਨਿਭਾਵਾਂ ਜਾਂ ਆਪਦੇ ਵਾਸਤੇ ਉਤਰਨ ਲਈ ਪਹੁੰਚਿਆ ਇੱਥੇ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ ਜਦੋਂ ਮੈਂ ਇੱਥੋਂ ਪਹਿਲਾਂ ਲੰਘਿਆ ਉਦੋਂ ਕੁਝ ਨਹੀਂ ਸੀ। ਕਿੰਨੇ ਦਿਨ ਪਹਿਲਾਂ ਇੱਥੋਂ ਲੰਘੇ ਸੀ ਤੁਸੀਂ? 25 ਦਿਨ ਪਹਿਲਾਂ ਲੰਘਿਆ ਸੀ ਇੱਥੋਂ ਜੀ। ਮਤਲਬ ਮੇਰਾ ਤੀਸਰੀ ਵਾਰ ਦਾ ਰੂਟ ਲੰਘ ਚੁੱਕਾ ਇੱਥੋਂ ਦੀ ਜੀ ਮੈਂ। ਤੇ ਉੱਥੋਂ ਬਾਬਾ ਜੀ ਸ਼੍ਰੀ ਪਟਨਾ ਸਾਹਿਬ ਤੋਂ ਜੇਕਰ ਮੈਂ ਗੱਲ ਕਰਾਂ, ਕਿੰਨਾ ਸਮਾਂ ਹੋ ਗਿਆ ਜੋ ਤੁਸੀਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ? ਇਹ 2 ਮਹੀਨੇ ਦੇ ਕਰੀਬ ਹੋ ਚੁੱਕਾ ਹੈ ਮੈਨੂੰ ਚੱਲਿਆ ਨੂੰ, ਉੱਥੋਂ ਪਟਨਾ ਸਾਹਿਬ ਤੋਂ ਚੱਲਿਆ। ਨਵੰਬਰ ਦੇ ਵਿੱਚ ਸ਼ੁਰੂਆਤ? ਹਾਂਜੀ, ਗੁਰੂ ਨਾਨਕ ਦੇਵ ਦਾ ਜਨਮ ਦਿਨ ਸੀਗਾ ਜੀ। 8 ਤਰੀਕ ਦਾ। ਹਾਂ, ਉੱਥੋਂ ਦਾ ਉਦੋਂ ਦਾ ਘਰੋਂ ਚੱਲੇ ਹੋਏ ਜੀ ਬਾਬਾ ਜੀ ਮੈਂ। ਉਦੋਂ ਜੋ ਤੁਸੀਂ ਨਿਕਲੇ ਹੋ ਸਮਾਨ ਇੱਕ ਵਾਰ ਮੈਂ ਜ਼ਰੂਰ ਤਸਵੀਰਾਂ ਦੇ ਵਿੱਚ ਕਹੂੰਗਾ ਕਿ ਜੋ ਬਾਬਾ ਜੀ ਯਾਤਰਾ ਤੇ ਨਿਕਲੇ ਨੇ ਸਾਈਕਲ ਯਾਤਰਾ ਤੇ ਸਮਾਨ ਉਹਨਾਂ ਨੇ ਜਿਹੜਾ ਆਪਣੇ ਇੱਥੇ ਬੋਰੀਆਂ ਤੇ ਇੱਕ ਥੈਲਿਆਂ ਦੇ ਵਿੱਚ ਬੰਨਿਆ ਹੋਇਆ ਕੱਪੜੇ ਨੇ, ਉੱਪਰ ਚੂਲ ਦੇ ਨਿਸ਼ਾਨ ਜੋ ਆਪਾਂ ਅਕਸਰ ਸਿੱਖ ਕੌਮ ਦੇ ਵਿੱਚ ਸੁਣਦੇ ਆ ਰਹੇ ਹਾਂ। ਤੇ ਨਾਲ ਹੀ ਤਸਵੀਰਾਂ ਨੇ ਜਿਹੜੀਆਂ ਸਾਈਕਲ ਤੇ ਕੱਪੜੇ ਬੰਨੇ ਹੋਏ ਨੇ, ਕਿਉਂਕਿ ਠੰਡ ਦਾ ਮੌਸਮ ਹੈ, ਸਰਦੀ ਦੀ ਰੁੱਤ ਹੈ ਅਤੇ ਆਪਾਂ ਘਰਾਂ ਦੇ ਵਿੱਚ ਆਪਾਂ ਨੂੰ ਠੰਡ ਲੱਗਦੀ ਆ, ਪਰ ਬਾਬਾ ਜੀ ਸਾਈਕਲ ਤੇ ਨਿਕਲੇ ਨੇ। ਬਾਬਾ ਜੀ ਆਏ ਦਿਨ ਤੁਸੀਂ ਕਿੰਨਾ ਕੁ ਸਫ਼ਰ ਕਰਦੇ ਹੋ ਸਾਈਕਲ ਤੇ, ਕਿੰਨੇ ਕੁ ਕਿਲੋਮੀਟਰ ਜਿਹੜਾ ਤੈਅ ਕਰਦੇ ਹੋ? ਜਿਹੜਾ ਸਫ਼ਰ ਸੀ ਯੂਪੀ ਬਿਹਾਰ ਦੇ ਵਿੱਚ ਸੀਗਾ ਉਹ ਤੋਂ 100 ਤੋਂ ਪਲੱਸ ਚੱਲਣਾ ਪੈਂਦਾ ਸੀ। ਗੁਰੂ ਘਰ ਜਿਹੜਾ 100 ਤੋਂ ਪਲੱਸ ਆਉਂਦਾ ਸੀਗਾ, ਪਰ ਹੁਣ ਜਿਹੜੇ ਮਤਲਬ ਦਿਨ ਦੇ ਵਿੱਚ 10 ਕਿਲੋਮੀਟਰ ਦੇ ਗੁਰੂ ਮਹਾਰਾਜ ਦੀ ਚਰਨ ਛੋਹ ਆ ਜਾਂਦੀ, 10 ਕਿਲੋਮੀਟਰ ਤੇ 15 ਤੇ, ਇਸ ਤਰੀਕੇ ਨਾਲ ਮਤਲਬ ਵੀ 5 ਤੋਂ 6 ਗੁਰੂ ਘਰ ਹੋ ਜਾਂਦੇ ਆ। ਤੇ 50 ਤੋਂ 60 ਕਿਲੋਮੀਟਰ ਦੇ ਵਿੱਚ ਆਈਡੀਆ ਮਤਲਬ ਇੰਨੇ ਚ ਦਿਨ ਛੋਟੇ ਧੁੰਦ ਜ਼ਿਆਦਾ ਪੈ ਰਹੀ ਹੈ, ਨਹੀਂ ਤਾਂ ਸਫ਼ਰ ਤਾਂ ਜ਼ਿਆਦਾ ਵੀ ਨਿਕਲ ਜੇ, ਦਿਨ ਸਵੇਰੇ ਲੇਟ ਚੱਲਣਾ ਪੈਂਦਾ ਇਸੇ ਕਰਕੇ। ਤੇ ਪਹਿਲਾਂ ਪਲੈਨਿੰਗ ਕੀਤੀ ਹੋਈ ਸੀ ਬਾਬਾ ਜੀ ਕਿ ਕਿਹੜੀ ਤਰੀਕ ਨੂੰ ਕਿੱਥੇ ਰਹਿਣਾ, ਜਾਂ ਫਿਰ ਮੌਸਮ ਦੇ ਹਿਸਾਬ ਦੇ ਨਾਲ ਬਦਲਣਾ ਵੀ ਪੈਂਦਾ ਕਿ ਅੱਜ ਇੱਥੇ ਹਨੇਰਾ ਹੋ ਚੁੱਕਿਆ, ਹਨੇਰਾ ਹੋ ਗਿਆ ਤਾਂ ਅੱਜ ਮੈਂ ਇੱਥੇ ਰਾਤ ਕੱਟ ਲੈਂਦਾ? ਇਹ ਜੀ ਜਿਹੜੀ ਮਤਲਬ ਜਿਹੜੀ ਤਿਆਰੀ ਹੈ ਮੇਰੇ ਰੂਟ ਦੀ, ਤਾਂ ਮੇਰੀ 1.25 ਸਾਲ ਦੀ ਸਟੱਡੀ ਹੈ ਇਸ ਦੇ ਉੱਪਰ। ਜਿਹੜੀ ਮਤਲਬ ਰੂਟ ਦੀ ਤਿਆਰੀ ਉਹ ਮੇਰੀ 1.25 ਸਾਲ ਦੀ ਸਟੱਡੀ ਹੈ ਇਸ ਦੇ ਉੱਪਰ। ਜਿਹੜੀ ਤੁਰਨ ਦਾ ਹੈਗਾ ਤੜਕੇ ਤੁਰਨਾ,
ਜਿਹੜਾ ਸੌਣਾ ਉਹ ਅਕਾਲ ਪੁਰਖ ਦੀ ਮਰਜ਼ੀ ਹੁੰਦੀ, ਜਿੱਥੇ ਮਰਜ਼ੀ ਸੌਣਾ। ਮੈਂ ਤੜਕੇ ਨਹੀਂ ਸੋਚਦਾ ਨਹੀਂ ਮੈਂ ਕਿੱਥੇ ਸੌਣਾ, ਉਹ ਜਿੱਥੋਂ ਮੇਰੇ ਤੁਰਿਆ ਮੇਰੇ ਪਿਓ ਦੀ ਨਿਗਾਹ ਜਿੱਥੇ ਰੋਕਣਾ ਮੈਨੂੰ ਉੱਥੇ ਰੋਕਦਾ। ਮੈਂ ਸੌਣ ਦਾ ਨਹੀਂ ਸੋਚਦਾ ਕਿਤੇ ਵੀ, ਚੱਲਣ ਵੇਲੇ ਸੋਚਦਾ, ਮੈਂ ਰੋਕਣ ਵੇਲੇ ਨਹੀਂ ਸੋਚਿਆ ਕਿਤੇ ਵੀ ਕਿੱਥੇ ਰੋਕਣਾ ਜੀ। ਅੱਛਾ ਬਾਬਾ ਜੀ, ਜ਼ਿਹਨ ਦੇ ਵਿੱਚ ਕਿਸ ਤਰੀਕੇ ਨਾਲ ਆਇਆ? ਤੁਸੀਂ ਜ਼ਿਕਰ ਕੀਤਾ ਕਿ ਸਵਾ ਸਾਲ ਦੀ ਤੁਸੀਂ ਸਟੱਡੀ ਕੀਤੀ, ਕਿਸ ਤਰ੍ਹਾਂ ਜ਼ਿਹਨ ਦੇ ਵਿੱਚ ਆਇਆ ਕਿ ਸਾਈਕਲ ਯਾਤਰਾ ਤੇ ਮੈਂ ਜਾਊਂਗਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਚਰਨ ਛੋਹਾਂ ਨੇ ਉਹਨਾਂ ਦੇ ਦਰਸ਼ਨ ਕਰੂੰਗਾ? ਇਹ ਜੀ ਮੈਂ ਸਾਈਕਲਿੰਗ ਪਹਿਲਾਂ ਵੀ ਕਰਦਾ ਸੀਗਾ। ਕਿਸਾਨੀ ਅੰਦੋਲਨ ਦੌਰਾਨ ਮੈਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਸਫ਼ਰ ਕੀਤਾ ਸੀਗਾ ਜੀ। ਤੇ ਉੱਥੇ ਇੱਕ ਮੈਨੂੰ ਨਾ ਹੈਦਰਾਬਾਦ ਦੇ ਵਿੱਚ ਕਿਸੇ ਸਿੰਘ ਨੇ ਕਿਹਾ ਸੀ ਵੀ ਤੁਹਾਡਾ ਵੀ ਗੁਰਦੁਆਰਾ ਸਮੁੰਦਰ ਦੇ ਵਿੱਚ ਹੈ, ਵੀ ਉੱਥੇ ਕੋਈ ਜਾਂਦਾ ਨਹੀਂ। ਤੇ ਉੱਥੋਂ ਫਿਰ ਮਤਲਬ ਮੈਂ ਰੂਟ ਲੈ ਕੇ ਜਿੱਦਾਂ ਉੱਥੋਂ ਹੈਦਰਾਬਾਦ ਤੋਂ ਚੇਨਈ ਹੋ ਕੇ ਰਮੇਸ਼ਵਰਮ ਹੋ ਕੇ ਜੋ ਸਮੁੰਦਰ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੂਸਰੀ ਉਦਾਸੀ ਤੋਂ ਜੋ ਵਾਪਸ ਆਉਂਦੇ ਆ, ਉੱਥੇ ਮੈਂ ਗਿਆ। ਉੱਥੇ ਮੈਂ 3 ਦਿਨ ਰੁਕਿਆ। ਜੀ। ਫਿਰ ਮੈਨੂੰ ਇਦਾਂ ਲੱਗਿਆ ਵੀ ਕੋਈ ਸਾਰੇ ਜਿਹੜੇ ਗੁਰੂ ਘਰ ਜਿੱਥੇ ਜਿੱਥੇ ਮਹਾਰਾਜ ਦੀ ਚਰਨ ਛੋਹ ਹੈ ਵੀ ਉਸ ਦੇ ਉੱਤੇ ਮੈਂ ਚੱਲਣਾ ਚਾਹੁੰਦਾ ਹੈ। ਤੇ ਉਸੇ ਦਿਨ ਤੋਂ ਹੀ ਮੇਰੀ ਸ਼ੁਰੂਆਤ ਜਿਹੜੀ ਹੋ ਚੁੱਕੀ ਸੀਗੀ। ਮੈਂ ਜਿੱਥੇ ਜਿੱਥੇ ਗੁਰੂ ਘਰ ਜਿਹੜੇ 10ਵੇਂ ਪਾਤਸ਼ਾਹ ਦੇ ਉਸ ਤਰੀਕੇ ਨਾਲ ਚੱਲਿਆ ਹੋਇਆ ਜੀ। ਉਦੋਂ ਬਾਅਦ ਮਹਾਰਾਜ ਕਿਰਪਾ ਕਰਨੀ ਹਰ ਜਗ੍ਹਾ ਕੋਸ਼ਿਸ਼ ਹੈ ਜੀ। ਅੱਛਾ ਬਾਬਾ ਜੀ, ਜੇਕਰ ਮੈਂ ਤੁਹਾਡੇ ਹੁਣ ਤੱਕ ਯਾਤਰਾ ਦੀ ਜਾਂ ਫਿਰ ਹੁਣ ਤੱਕ ਸਫ਼ਰ ਦਾ ਜੇਕਰ ਮੈਂ ਜ਼ਿਕਰ ਕਰਾਂ, ਹੁਣ ਤੱਕ ਕਿੰਨੇ ਗੁਰੂ ਘਰਾਂ ਦੇ ਤੁਸੀਂ ਜੋ ਚਰਨ ਛੋਹ ਆ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਜਿਹੜਾ ਉੱਥੇ ਦਰਸ਼ਨ ਕਰ ਚੁੱਕੇ ਹੋ? 70 ਦੇ ਕਰੀਬ ਚ ਗੁਰੂ ਘਰਾਂ ਦੇ ਦਰਸ਼ਨ ਹੋ ਚੁੱਕੇ। ਜਿਹੜੇ ਔਨ ਰਿਕਾਰਡ ਸੀਗੇ ਜਿਹੜੇ ਮਤਲਬ ਉਹ ਹੈਗੇ ਜੀ ਤੇਰੇ 200 ਪਲੱਸ ਹੈ। ਜਿਹੜੇ 70 ਦੇ ਕਰੀਬ ਮੈਂ ਦਰਸ਼ਨ ਕਰ ਚੁੱਕਿਆ ਜੀ। ਤੇ ਜਿਹੜੀ ਮਤਲਬ ਮੈਂ ਵੀਡੀਓਗ੍ਰਾਫੀ ਵੀ ਕਰਦਾ ਔਰ ਡੇਲੀ ਦੀ ਡਾਇਰੀ ਲਿਖਦਾ ਜੀ। ਉਹ ਹੋ ਸਕੇ ਸਮਾਂ ਦੇ ਮਤਲਬ ਕਿ ਬੁੱਕ ਲਿਖਣ ਦੀ ਕੋਸ਼ਿਸ਼ ਕਰਾਂਗੇ, ਜਾਂ ਗੁਰੂ ਘਰ ਅਲੋਪ ਹੋਏ ਆ ਜਿਹੜੇ ਉਹਨਾਂ ਦੇ ਉੱਤੇ ਵੀ ਸਟੱਡੀ ਚੱਲ ਰਹੀ ਹੈ ਜੀ। ਤੇ ਜਾਂ ਕੋਈ ਜਿਵੇਂ ਕਿਤੇ ਕਬਜ਼ਾ ਹੋਇਆ ਜਾਂ ਕੁਛ ਇਦਾਂ ਤਰੀਕੇ ਸਾਰਾ ਮੈਂ ਲਿਖਣ ਦੀ। ਬਾਬਾ ਜੀ ਹਿਸਟਰੀ ਬਾਰੇ ਲਿਖਦੇ ਹੋ ਜਾਂ ਫਿਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸ਼ਾਮ ਨੂੰ ਡਾਇਰੀ ਲਿਖਦਾ ਮੈਂ ਜਿੰਨਾ ਵੀ ਸਮਾਂ ਮਿਲਦਾ, ਕਿ ਆਪਣੇ ਸਫ਼ਰ ਦੇ ਬਾਰੇ ਲਿਖਦੇ ਹੋ? ਅੱਜ ਕੀ ਕੁਝ ਹੋਇਆ ਦਿਨ ਦੇ ਵਿੱਚ? ਇਹ ਜੀ ਸਫ਼ਰ ਦੇ ਦੌਰਾਨ ਨਹੀਂ, ਇਹ ਮਤਲਬ ਹਿਸਟਰੀ ਹੈ ਜੀ। ਇਹ ਮਤਲਬ ਮੰਨ ਲਓ ਜਿਵੇਂ ਪਹਿਲਾਂ ਗਿਆਨੀ ਗਿਆਨ ਸਿੰਘ ਜੀ ਨੇ, ਤਾਰਾ ਸਿੰਘ ਜੀ ਨਰੋਤਮ ਤੇ ਜੋ ਇਤਿਹਾਸਕਾਰ ਹੋਏ ਉਹਨਾਂ ਨੇ ਲਿਖਿਆ। ਉਹਦੇ ਵਿੱਚ ਕੀ ਸੀ ਲਿਖਿਆ ਹੋਇਆ? ਉਹਨਾਂ ਨੇ ਲਿਖਿਆ ਚੜ੍ਹ ਮਤਲਬ ਕਿਸੇ ਗੁਰੂ ਘਰ ਚ ਪਾ ਕੇ ਉੱਥੇ ਲਿਖਿਆ 3 ਕੋ ਚੜ੍ਹਦੇ ਵਾਲੇ ਪਾਸੇ, ਜੀ। ਅਗਲੇ ਮਤਲਬ ਛਿਪਦੇ ਵਾਲੇ ਪਾਸੇ 3 ਕੋ 5 ਕੋ ਇਦਾਂ ਲਿਖਿਆ ਹੋਇਆ। ਪਰ ਅੱਜ ਦੇ ਰੂਪ ਮਤਲਬ ਮੈਂ ਡਿਜੀਟਲ ਰੂਟ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਮਤਲਬ ਅੱਜ ਦੇ ਕੋਈ ਹੋਰ ਕਿਸੇ ਨੇ ਯਾਤਰਾ ਕਰਨੀ ਹੋਵੇ ਉਹਨੂੰ ਸੌਖਾ ਹੋ ਸਕੇ, ਇਸ ਤਰ੍ਹਾਂ ਡਿਜੀਟਲ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ ਉੱਥੋਂ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਸ਼੍ਰੀ ਪਟਨਾ ਸਾਹਿਬ ਤੋਂ। ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ, ਆਪਾਂ ਬਹੁਤ ਸਾਰੀਆਂ ਮੰਗਾਂ ਦੇਖਦੇ ਹਾਂ, ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਮੰਗ ਜਾਂ ਫਿਰ ਗੁਰੂ ਦਾ ਇਨਸਾਫ ਇੱਥੇ ਲੈਣ ਦੇ ਲਈ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ। ਜੇਕਰ ਮੈਂ ਉਧਰਲੇ ਸੂਬਿਆਂ ਦੀ ਗੱਲ ਕਰਾਂ, ਉਧਰ ਵੀ ਇੱਦਾਂ ਮੁੱਦੇ ਉੱਠਦੇ ਨੇ? ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਸਮੇਂ-ਸਮੇਂ ਤੇ ਕਿ ਪੰਜਾਬ ਦੇ ਵਿੱਚ ਇਹ ਮੁੱਦੇ ਉੱਠ ਰਹੇ, ਜਾਂ ਫਿਰ ਉੱਥੇ ਦੇ ਜਿਹੜੇ ਜਥੇਦਾਰ ਨੇ ਸਿੱਖ ਗੁਰਦੁਆਰਿਆਂ ਜਿਹੜੀਆਂ ਉੱਥੇ ਕਮੇਟੀਆਂ ਬਣਾਈਆਂ ਹੋਈਆਂ ਨੇ, ਉੱਥੇ ਵੀ ਕੋਈ ਗੱਲਬਾਤ ਜ਼ਿਕਰ ਹੁੰਦੇ ਰਹਿੰਦੇ ਨੇ? ਹਾਂਜੀ, ਜੇਕਰ ਮਤਲਬ ਮੈਂ ਯੂਪੀ ਬਿਹਾਰ ਦੇ ਵਿੱਚ ਜਿਹੜਾ ਸਿੱਖ ਹੈ ਉਹ ਜਿੱਥੇ ਮਰਜ਼ੀ ਬੈਠਾ ਉਹ ਆਪਣੇ ਦੇ ਲਈ ਉਹਦਾ ਖੂਨ ਮੱਚਦਾ। ਬਿਹਾਰ ਦੇ ਵਿੱਚ ਮੈਂ ਛੋਟੇ ਬੱਚੇ ਆ, ਉਹ ਛੋਟੇ ਗੱਲਾਂ ਕਰਦੇ ਆ। ਉਹ ਠੀਕ ਹੈ ਵੀ ਉਹਨਾਂ ਦੀ ਮਜਬੂਰੀ ਆ, ਉਹਨਾਂ ਦੀ ਗਿਣਤੀ ਘੱਟ ਹੈ, ਉਹ ਆਪਣੇ ਨੂੰ ਉੱਠ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਪਰ ਉਹ ਗੱਲ ਦਿਲ ਦੇ ਵਿੱਚ ਜਿਹੜੀ ਮੇਰੇ ਨਾਲ ਗੱਲਾਂ ਹੋਈਆਂ ਉਹਨਾਂ ਦੀਆਂ ਬੱਚਿਆਂ ਦੀਆਂ ਜਾਂ ਮੁੰਡਿਆਂ ਦੀਆਂ ਬਜ਼ੁਰਗਾਂ ਦੀਆਂ, ਉਹ ਦਰਦ ਉਹਨਾਂ ਦੀ ਮਤਲਬ ਇਸ ਚੀਜ਼ ਲਈ ਹੈਗਾ ਤੇ ਉਹ ਉੱਥੇ ਰਹਿ ਕੇ ਕਰ ਨਹੀਂ ਸਕਦੇ। ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜੀ। ਅੱਛਾ ਬਾਬਾ ਜੀ, ਤੁਸੀਂ ਇੱਥੇ ਪਹੁੰਚੇ ਹੋ ਅੱਜ, ਮੈਨੂੰ ਲੱਗਦਾ ਕਿ ਇਸ ਤੋਂ ਮਾੜਾ ਕੁਝ ਨਹੀਂ ਹੋਊਗਾ ਜੇਕਰ ਅੱਜ ਆਪਾਂ ਗੁਰੂ ਦੇ ਇਨਸਾਫ ਦੇ ਲਈ ਆਪਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ, ਗੁਰੂ ਦੇ ਇਨਸਾਫ ਲਈ ਆਪਾਂ ਸਰਕਾਰ ਦੇ ਅੱਗੇ ਮੰਗਾਂ ਆਪਾਂ ਰੱਖੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੂਰੇ ਸਿਨੈਰੀਓ ਨੂੰ? ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮੰਗ ਚੱਲ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਹਾਲਾਂਕਿ ਦੇਖੀਏ ਕਾਤਲਾਂ ਨੂੰ ਵੀ ਜਿਹੜੀ ਰਿਹਾਈ ਉਹਨਾਂ ਦੀ ਕਰ ਦਿੱਤੀ ਗਈ, ਪਰ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ 30 32 ਸਾਲ ਹੋ ਚੁੱਕੇ ਨੇ, ਸਜ਼ਾਵਾਂ ਭੁਗਤ ਚੁੱਕੇ ਨੇ, ਪਰ ਫਿਰ ਵੀ ਸਰਕਾਰ ਦਾ ਰਵੱਈਆ ਸਾਹਮਣੇ। ਇਹ ਜੀ ਦੋਹਰਾ ਮਾਪਦੰਡ ਹੈ ਇਸ ਦੇ, ਮਤਲਬ ਦੇਸ਼ ਦੇ ਵਿੱਚ ਰਹਿੰਦੇ ਹੋਏ ਦੋਹਰਾ ਮਾਪਦੰਡ ਹੈ। ਜਿਵੇਂ ਰਾਜੀਵ ਗਾਂਧੀ ਦੇ ਕਾਤਲ ਨੂੰ ਛੱਡ ਚੁੱਕੇ, ਉਹਨਾਂ ਨੇ ਪ੍ਰੈਸ਼ਰ ਪਾਇਆ ਸੀਗਾ, ਪਰ ਆਪਣੇ ਜਿਹੜੇ ਮਤਲਬ ਪੂਰਾ ਪ੍ਰੈਸ਼ਰ ਨਹੀਂ ਪਾਉਂਦੇ। ਇਕਜੁੱਟ ਹੁਣ ਹੋਈ ਹੈ ਤੇਰੀ ਜਿਹੜੀ ਸੰਗਤ ਹੋਈ ਹੈ, ਮਹਾਰਾਜ ਕਿਰਪਾ ਕਰਨਗੇ ਤੇ ਉਹ ਦਿਨ ਆਊਗਾ ਜਿਸ ਦਿਨ ਸਾਰੇ ਸਿੰਘ ਬਾਹਰ ਆਉਣਗੇ ਜੀ। ਅੱਛਾ ਬਾਬਾ ਜੀ, ਤੁਸੀਂ ਉੱਥੇ ਪਹੁੰਚੇ ਸੀ ਜਦੋਂ ਕਿਸਾਨੀ ਅੰਦੋਲਨ ਸੀ, ਦਿੱਲੀ ਦੀਆਂ ਬਰੂਹਾਂ ਤੇ ਆਏ ਸੀ ਤੁਸੀਂ ਕਿ ਨਹੀਂ? ਹਾਂਜੀ, ਉਸ ਸਮੇਂ ਤੇ ਜਿਹੜਾ ਮਤਲਬ ਮੇਰੀ ਯਾਤਰਾ ਹੋਈ ਸੀ ਕਸ਼ਮੀਰ ਤੋਂ ਕੰਨਿਆ ਕੁਮਾਰੀ, ਉਹ ਕਿਸਾਨੀ ਅੰਦੋਲਨ ਦੌਰਾਨ ਹੀ ਸੀਗੀ ਜੀ। ਹਾਂ, ਉਸੇ ਤਰੀਕੇ ਮਤਲਬ ਜਿਹੜਾ ਮੇਰਾ ਪਿੱਛੇ ਸਾਈਕਲ ਦੇ ਝੰਡਾ ਉਦੋਂ ਕਿਸਾਨੀ ਦਾ ਹੁੰਦਾ ਸੀਗਾ ਜੀ, ਤੇ ਮੇਰੇ ਉਦੋਂ ਵਾਲ ਵੀ ਕੱਟੇ ਹੁੰਦੇ ਸੀ। ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੇ ਉਸ ਸਮੁੰਦਰ ਦੇ ਵਿੱਚ ਗੁਰਦੁਆਰਾ ਦੇ ਵਿੱਚ ਗਿਆ ਸੀਗਾ, ਤੇ ਉੱਥੋਂ ਹੀ ਇਹ ਸ਼ੁਰੂਆਤ ਹੋਈ ਹੈ ਜਿਹੜੀ ਸਿੱਖੀ ਸਰੂਪ ਦੇ ਵਿੱਚ ਆਇਆ। ਉਦੋਂ ਮਤਲਬ ਇੱਕ ਮੇਰੀ ਨਾ ਇਹੀ ਕੇਸਰੀ ਪਰਨਾ ਮੇਰਾ ਗਲ ਦੇ ਵਿੱਚ ਹੁੰਦਾ ਸੀਗਾ ਸਾਈਕਲ ਚਲਾਉਂਦੇ ਦੇ, ਤੇ ਮੈਂ ਉਹ ਜਦੋਂ ਮਤਲਬ ਕਿਸੇ ਨੂੰ ਕਹਿਣਾ ਵੀ ਕੇਸਰੀ ਪਰਨਾ ਇਹ ਰੰਗ ਜ਼ਿਆਦਾ ਸਰਦਾਰਾਂ ਦਾ ਹੀ ਹੁੰਦਾ ਹੈ, ਤੇ ਉਹ ਮੈਨੂੰ ਕਹਿੰਦਾ ਸਰਦਾਰ ਜੀ
1 ਮਹੀਨਾ ਲਗਾਤਾਰ ਮੈਨੂੰ ਕਹਿੰਦੇ ਰਹੇ, ਫਿਰ ਮੈਨੂੰ ਲੱਗਿਆ ਵੀ ਇਹ ਆਪਾਂ ਨਕਲੀ ਸਰਦਾਰ ਨਹੀਂ ਰਹਿਣਾ ਤੇ ਅਸਲੀ ਸਰਦਾਰ ਬਣਨਾ, ਤੇ ਇਸੇ ਤਰੀਕੇ ਦੇ ਨਾਲ ਮੇਰਾ ਬਦਲਾਅ ਹੋਇਆ ਸੀ। ਬਹੁਤ ਚੰਗੀ ਗੱਲ ਹੈ ਬਾਬਾ ਜੀ, ਪਰ ਤੁਸੀਂ ਉੱਥੇ ਵੀ ਵਿਚਰੇ ਹੋ ਨਾ, ਉੱਥੇ ਦਿੱਲੀ ਕਿਸਾਨੀ ਅੰਦੋਲਨ, ਕਿਸਾਨਾਂ ਤੇ ਫਸਲਾਂ ਦਾ ਉਦੋਂ ਜਿਹੜੀ ਗੱਲ ਕਰ ਰਹੇ ਸੀ ਆਪਾਂ, ਅੱਜ ਪੰਥਕ ਏਕਤਾ ਦੀ ਗੱਲ ਕਰ ਰਹੇ ਹਾਂ, ਜਾਂ ਫਿਰ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਆਪਾਂ ਇੱਥੇ ਇਨਸਾਫ ਮੰਗ ਰਹੇ ਹਾਂ, ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੈਂ ਗੱਲ ਕਰ ਲਾਂ, ਦੋਨੇ ਮੋਰਚਿਆਂ ਦੇ ਵਿੱਚ ਤੁਸੀਂ ਪਹੁੰਚੇ ਹੋ, ਉੱਥੇ ਵੀ ਤੇ ਅੱਜ ਇੱਥੇ ਵੀ ਪਹੁੰਚੇ ਹੋ, ਕੋਈ ਫਰਕ ਲੱਗਿਆ ਤੁਹਾਨੂੰ? ਕਿਉਂਕਿ ਜੇਕਰ ਮੈਂ ਅੱਜ ਤੀਜਾ ਦਿਨ ਹੋ ਚੁੱਕਿਆ, ਤੇ ਜੇਕਰ ਕਿਸਾਨੀ ਅੰਦੋਲਨ ਨੂੰ ਆਪਾਂ ਦੇਖੀਏ, ਜਦੋਂ ਤੀਜਾ ਦਿਨ ਸੀ ਤਾਂ ਵੀ ਬਹੁਤ ਵੱਡਾ ਇਕੱਠ, ਦੂਜੇ ਤੀਜੇ ਦਿਨ ਦੇ ਵਿੱਚ ਲੋਕ ਉੱਥੇ ਜੁੜਨੇ ਸ਼ੁਰੂ ਹੋ ਗਏ ਸੀ, ਪਰ ਮੈਨੂੰ ਲੱਗਦਾ ਇੱਥੇ ਓਨਾ ਇਕੱਠ ਨਹੀਂ ਹੋ ਰਿਹਾ। ਕੀ ਲੱਗਦਾ ਕਿ ਵਾਕਿਆ ਦੇ ਵਿੱਚ ਸੰਗਤ ਦੂਰ ਹੋ ਰਹੀ ਹੈ, ਜਿਹੜੀ ਆਪਾਂ ਇੱਕ ਪੰਥਕ ਏਕਤਾ ਦੀ ਹਮੇਸ਼ਾ ਗੱਲ ਕਰਦੇ ਹਾਂ? ਨਹੀਂ, ਸੰਗਤ ਬਹੁਤ ਜਲਦੀ ਇਕੱਠੀ ਹੋਣ ਵਾਲੀ ਹੈ। ਮਤਲਬ ਇਦੋਂ ਪਹਿਲਾਂ 2 ਸਮਾਗਮ ਹੋ ਕੇ ਨੇ, ਜਿਹੜਾ ਮਤਲਬ ਇੱਕ ਤਾਂ ਸ਼ਹੀਦੀ ਜੋੜ ਮੇਲਾ ਹੋ ਕੇ ਉਹਦੇ ਤੋਂ ਮਤਲਬ ਸੰਗਤ ਘਰੇ ਵਾਪਸ ਗਈ ਸੀਗੀ ਜੀ। ਇੱਕ ਜਿਹੜਾ ਤੇਰੇ ਚੱਲੀ ਜਾਂਦਾ ਜੀ ਮੁੱਦਾ ਆਪਣੇ ਤੇਰੇ ਫੈਕਟਰੀ ਸ਼ਰਾਬ ਵਾਲੀ, ਹਾਂਜੀ ਜੀਰੇ ਵਾਲਾ, ਉਹ ਚੱਲੀ ਜਾਂਦਾ, ਉਧਰ ਸੰਗਤ ਵੰਡੀ ਹੋਈ ਹੈ। ਇਹ ਗੱਲ ਨਹੀਂ ਹੈਗੀ ਜੀ ਸੰਗਤ ਨੇ ਇੱਥੇ ਪਹੁੰਚਣਾ ਹੈ, ਤੇ ਅਕਾਲ ਪੁਰਖ ਦੀ ਮਰਜ਼ੀ ਨਾਲ ਬਹੁਤ ਸੰਗਤ ਜੁੜਨੀ ਹੈ ਇੱਥੇ ਜੀ। ਬਾਬਾ ਜੀ, ਅੱਜ ਦੀ ਜੇਕਰ ਮੈਂ ਗੱਲ ਕਰਾਂ, ਰਾਤ ਇੱਥੇ ਰੁਕੋਗੇ ਜਾਂ ਅੱਗੇ ਯਾਤਰਾ ਕਰੋਗੇ? ਨਹੀਂ, ਇੱਥੇ ਰੁਕਾਂਗੇ ਜੀ, ਹਜੇ ਤਾਂ ਲਾਵਾਂਗੇ 1-2 ਦਿਨ ਇੱਥੇ। ਜਿਹੜਾ ਮਤਲਬ ਜਿਵੇਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਝ ਜਿਵੇਂ ਆਪਣੇ ਕੋਈ 2 ਸ਼ਬਦ ਹੋਏ ਤਾਂ ਉਹ ਵੀ ਕਹਿਣ ਦੀ ਕੋਸ਼ਿਸ਼ ਕਰਾਂਗੇ ਇੱਥੇ ਜੀ, ਲਾਵਾਂਗੇ 2-3 ਦਿਨ। ਸੋ ਬਿਲਕੁਲ, ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਯਾਤਰਾ ਆਪਣੀ ਕਰਦੇ ਰਹੋ ਤੇ ਦਰਸ਼ਨ ਕਰਦੇ ਰਹੋ। ਸੋ ਜਗਤਾਰ ਜੀ, ਜੋ ਕਿ ਸ਼੍ਰੀ ਪਟਨਾ ਸਾਹਿਬ ਤੋਂ ਆਪਣੀ ਇੱਕ ਸਾਈਕਲ ਯਾਤਰਾ ਉਹਨਾਂ ਨੇ ਸ਼ੁਰੂਆਤ ਕੀਤੀ, ਪਰ ਅੱਜ ਸਬੱਬ ਇਹ ਜਿਹਾ ਬਣਿਆ ਕਿ ਇੱਥੇ ਵੀ ਉਹਨਾਂ ਦੀ ਹਾਜ਼ਰੀ ਉਹਨਾਂ ਦੀ ਕਿਸਮਤ ਦੇ ਵਿੱਚ ਲਿਖੀ ਹੋਈ ਸੀ, ਜਿਸ ਦੇ ਸਦਕਾ ਉਹ ਇੱਥੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਆ। ਖੈਰ, ਦੇਖਣਾ ਹੋਵੇਗਾ ਜਿੱਥੇ ਇੱਥੇ ਮੈਂ ਸੰਗਤ ਦੀ ਗੱਲ ਕਰਾਂ ਜਾਂ ਫਿਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ, ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਹੀ ਇੱਥੋਂ ਹਿੱਲਾਂਗੇ ਅਤੇ ਸਾਡਾ ਆਖਰੀ ਮੋਰਚਾ ਹੋਵੇਗਾ। ਤੇ ਜੇਕਰ ਸਰਕਾਰ ਨਾ ਮੰਨੀ, ਜਿਵੇਂ ਕਿਸਾਨੀ ਅੰਦੋਲਨ ਦੇ ਵੇਲੇ ਅਸੀਂ ਆਪਣੀਆਂ ਮੰਗਾਂ ਮਨਵਾਈਆਂ, ਉਸੇ ਤਰੀਕੇ ਦੇ ਨਾਲ ਦੁਬਾਰਾ ਫੇਰ ਜਿਹੜਾ ਸਰਕਾਰ ਨੂੰ ਇਸ ਵੇਲੇ ਝੁਕਣਾ ਪਵੇਗਾ। ਵੀਡੀਓ ਜਰਨਲਿਸਟ ਗੁਰਪ੍ਰੀਤ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਓਨਲੀ, ਚੰਡੀਗੜ੍ਹ।